अस्सलाम वालेकुम नाज़रीन, फार्मिंग एंड बिजनेस आइडियाज़ यूट्यूब चैनल में एक नई वीडियो के साथ हाजिर हैं आपकी खिदमत में। दोस्तों, इस वक्त मैं मौजूद हूं बावा डेयरी फार्म पर। इस डेयरी फार्म में तकरीबन 100 के करीब बफलोज हैं। इसके अलावा 15-20 कोस भी हैं। तो ये वीडियो डेयरी फार्मिंग के हवाले से बहुत ही मुफीद होने जा रही है। इस डेयरी फार्म के जो ओनर हैं उनसे इस डेयरी फार्मिंग के बिज़नेस के हवाले से एक मुकम्मल तफसीली इंटरव्यू लिया जाएगा। तो इंटरव्यू के दौरान इस डेयरी फार्म का जो ओवरऑल व्यू है वो मैं आपको स्क्रीन पे शो करूँगा। तो चलें अब स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी। बुजुर्गो की हाल है ਤੁਹਾਡਾ? बड़ा अल्लाह का शुक्र है। अच्छा बुजुर्गो, इसमें ग्रामी कीजिए। मेरा इसम ग्रामी मोहम्मद हुसैन। मोहम्मद हुसैन, माशाल्लाह। अच्छा ਇਹ ਦੱਸੋ ਕਿ ਇਲਾਕਾ ਕਿਹੜਾ ਭਲਾ? इलाका सियालकोट का। ਅੱਛਾ ਇਹ ਦੱਸੋ ਕਿ ਤੁਹਾਡੇ ਕੋਲ ਡੇਅਰੀ ਫਾਰਮ ਵਿੱਚ ਟੋਟਲ ਮੱਝਾਂ ਕਿੰਨੀਆਂ ਨੇ? ਸਾਡੇ ਕੋਲ ਮੱਝਾਂ ਹੋਣਗੀਆਂ ਕੋਈ 100 ਦੇ ਕਰੀਬ। ਮਾਸ਼ਾਅੱਲਾ 100 ਮੱਝਾਂ ਨੇ। ਤੇ ਇਹ 100 ਮੱਝਾਂ ਦਾ ਡੇਅਰੀ ਫਾਰਮ ਦਾ ਕੰਮ ਕਿੰਨੇ ਸਾਲਾਂ ਤੋਂ ਕਰਦੇ ਹੋ? ਇਹ ਸਾਡੇ ਮਸਲਨ ਦਾਦੇ ਤੋਂ ਕੰਮ ਚੱਲ ਰਿਹਾ ਹੈ। ਮਾਸ਼ਾਅੱਲਾ ਨਸਲ ਦਰ ਨਸਲ ਕਰਦੇ? ਹਾਂਜੀ, ਨਸਲਦਾਰ ਨਸਲ। ਅੱਛਾ ਬਜ਼ੁਰਗੋ, ਅੱਜ ਤੱਕ ਹੁਣ ਤੱਕ ਦੱਸੋ ਦਾਦੇ ਤੋਂ ਲੈ ਕੇ ਹੁਣ ਤੱਕ ਇਹਦੇ ਵਿੱਚ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਨੁਕਸਾਨ ਕੋਈ ਨਹੀਂ ਇਹਨਾਂ ਵਿੱਚ। ਅਲਹਮਦੁਲਿਲਾ ਫਾਇਦੇ ਹੈ। ਅੱਲਾਹ ਪਾਕ ਬਰਕਤ ਪਾਏ ਤਾਂ ਕੋਈ ਨੁਕਸਾਨ ਨਹੀਂ। ਮਾਸ਼ਾਅੱਲਾ। ਅੱਛਾ ਇਹ ਦੱਸੋ ਕਿ ਤੁਹਾਡੇ ਕੋਲ ਮੱਝਾਂ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਨੀਲੀ ਰਾਵੀ ਹੈ। ਅੱਛਾ। ਤੇ ਆਪਣਾ ਸਾਈਵਾਲ, ਚੀਚਾ ਬਤਰੀ। ਠੀਕ ਹੈ। ਟੌਪ ਦੀ ਜਿਹੜੀ ਤੁਹਾਡੇ ਕੋਲ ਮੱਝ ਆ ਕਿਹੜੀ ਨਸਲ ਦੀ ਹੈ? ਨੀਲੀ ਰਾਵੀ ਦੀ। ਨੀਲੀ ਰਾਵੀ। ਅੱਛਾ, ਸਭ ਤੋਂ ਵੱਧ ਦੁੱਧ ਤੁਹਾਡੀ ਮੱਝ ਕਿਹੜੀ ਦਿੰਦੀ ਹੈ ਤੇ ਕਿੰਨਾ ਦਿੰਦੀ ਹੈ? ਸਾਡੀ ਮੱਝ ਤਕਰੀਬਨ 20 ਕਿਲੋ ਦੁੱਧ ਦਿੰਦੀ ਹੈ। ਮਾਸ਼ਾਅੱਲਾ 20 ਕਿਲੋ ਤੱਕ ਵੀ ਜਾਂਦੀ ਹੈ। 20 ਕਿਲੋ ਤੱਕ ਜਾਂਦੀ। ਉਹ ਨੀਲੀ ਰਾਵੀ ਦੇ? ਹਾਂਜੀ। ਅੱਛਾ ਇਹ ਦੱਸੋ ਕਿ ਸਾਰੀਆਂ ਮੱਝਾਂ ਤੁਸੀਂ ਕਿਹੜੇ ਇਲਾਕੇ ਤੋਂ ਖਰੀਦੀਆਂ ਸਨ? ਅਸੀਂ ਮੰਡੀਆਂ 'ਚੋਂ ਜਿੰਨੀ ਜ਼ਰੂਰਤ ਪੈਂਦੀ ਹੈ ਨਾ ਜੀ, ਜਿੰਨੀਆਂ ਦੀ ਜ਼ਰੂਰਤ ਪੈਂਦੀ ਉਨੀਆਂ ਕੁ ਲੈ ਆਈਦੀਆਂ ਨੇ। ਅੱਛਾ, ਤੁਹਾਡਾ ਕੀ ਖਿਆਲ ਹੈ ਕਿ ਮੰਡੀਆਂ ਬਿਹਤਰ ਰਹਿੰਦੀਆਂ ਨੇ ਜਾਂ ਡੇਰੇ ਸ਼ੇਰੇ ਅੱਗੇ ਪਿੱਛੇ ਬਿਹਤਰ ਰਹਿੰਦੇ ਨੇ? ਨਹੀਂ, ਬਿਹਤਰ ਤੇ ਹੈ ਕਿ ਡੇਰਿਆਂ ਤੋਂ ਲਿਆਈਏ ਨਾ। ਜੀ ਜੀ। ਡੇਰਿਆਂ ਤੋਂ ਜਾ ਕੇ ਰੇਟ ਨਾਲ ਅਗਰ ਮਿਲ ਜਾਂਦਾ। ਜੀ ਜੀ। ਮੰਡੀ ਜਾਈਏ ਤੇ ਵਪਾਰੀਆਂ ਕੋਲ ਮਾਲ ਹੁੰਦਾ। ਜੀ ਜੀ। ਤੇ ਵਪਾਰੀ ਪੈਸੇ ਜ਼ਿਆਦਾ ਲਾਉਂਦੇ ਨੇ। ਠੀਕ ਹੈ। ਉਹਨਾਂ ਵੀ ਪੈਸੇ ਕਮਾਣੇ ਹੁੰਦੇ ਨੇ। ਠੀਕ ਹੈ। ਮੰਡੀਆਂ ਵਿੱਚ ਕੋਈ ਧੋਖਾ ਫਰਾਡ ਵੀ ਹੁੰਦਾ ਹੀ ਹੈ? ਮੰਡੀਆਂ 'ਚ ਧੋਖੇ ਫਰਾਡ ਬੜੇ ਹੁੰਦੇ ਨੇ। ਅੱਛਾ ਬਜ਼ੁਰਗੋ, ਇਹ ਦੱਸੋ ਇਹ 100 ਮੱਝ ਵਾਸਤੇ ਤੁਹਾਡਾ ਜਿਹੜਾ ਡੇਅਰੀ ਫਾਰਮ ਹੈ ਕਿੰਨੀ ਜਗ੍ਹਾ ਤੇ ਹੈ? ਤਕਰੀਬਨ ਕਿੱਲੇ 'ਚ ਵੇਖ ਲਓ। 1 ਕਿੱਲੇ ਤੇ ਮੁਲਾਜ਼ਮੀਨ ਕਿੰਨੇ ਰੱਖੇ ਜੇ? ਮਾਸ਼ਾਅੱਲਾ। ਮੁਲਾਜ਼ਮੀਨ ਹੈ ਰੱਖੋ 15 का। 15 ਕੁ ਮੁਲਾਜ਼ਮੀਨ? ਬਜ਼ੁਰਗੋ ਬੜੇ ਸਾਰੇ ਮੁਲਾਜ਼ਮੀਨ ਨੇ। ਇੰਨੇ ਮੁਲਾਜ਼ਮੀਨ ਵਾਰਾ ਖਾ ਜਾਂਦੇ ਨੇ? ਬਸ ਸਾਡਾ ਕੋਈ ਆ ਸ਼ੌਕ ਨਹੀਂ ਜੀ ਜੀ ਕਿ ਅਸੀਂ ਆਪ ਕਮਾਈਏ ਤੇ ਆਪ ਹੀ ਖਾਈਏ। ਠੀਕ, ਜ਼ਬਰਦਸਤ। ਅਸੀਂ ਇਹਨਾਂ ਕਿ ਜਿਹੜਾ ਕੋਈ ਗਰੀਬ ਆਦਮੀ ਹੋਰ ਕੋਲ ਆਣ ਕੇ ਬੈਠ ਜਾਂਦਾ ਉਹ ਵੀ ਲੰਗਰ ਮੁਰਗੀ ਖਾਏ। ਮਾਸ਼ਾਅੱਲਾ। ਸਾਡੇ ਕੋਲ ਜ਼ਿਆਦਾ ਜਿਹੜੇ ਮੁਲਾਜ਼ਮ ਨੇ ਨਾ ਜੀ ਜੀ ਜ਼ਿਆਦਾ ਨੇ ਮੁਲਾਜ਼ਮ ਆ ਜੀ, ਸਾਨੂੰ ਪਤਾ ਹੈ ਜੀ। ਅਸੀਂ ਕਹਿੰਦੇ ਆ ਕਿ ਚਲੋ ਅੱਲਾਹ ਪਾਕ ਜਿਹੜਾ ਬੰਦਾ ਸਾਡੇ ਕੋਲ ਆ ਜਾਂਦਾ ਹੈ ਨਾ ਜੀ ਜੀ ਉਹਨੂੰ ਅਸੀਂ ਵਾਪਸ ਨਹੀਂ ਜਾਣ ਦਿੰਦੇ। ਮਾਸ਼ਾਅੱਲਾ। ਉਹਨੂੰ ਕਹਿੰਦੇ ਜੋ ਤੇਰੇ ਨਸੀਬ 'ਚ ਤੈਨੂੰ ਵੀ ਮਿਲੇਗਾ, ਇੱਥੇ ਹੀ ਰਹੋ। ਅੱਛਾ, ਐਨੇ 100 ਮੱਝਾਂ ਵਾਸਤੇ ਆਪਣੀ ਪਹਿਲੀ ਜ਼ਮੀਨ ਕਿੰਨੀ ਜੇ? ਜ਼ਮੀਨ ਤਕਰੀਬਨ 100 ਕਿੱਲਾ। ਅੱਛਾ, ਤੇ ਚਾਰੇ ਵਾਸਤੇ ਕਿੰਨੀ ਰਹਿੰਦੇ ਹੋ? 50 ਕਿੱਲੇ ਚਾਰੇ ਵਾਸਤੇ ਹੋ ਜਾਂਦੀ ਹੈ। 50 ਕਿੱਲੇ ਚਾਰੇ ਵਾਸਤੇ? ਹਾਂ, ਚਾਰੇ ਵਾਸਤੇ। ਅੱਛਾ, ਚਾਰੇ ਦੇ ਇਲਾਵਾ ਇਹਨਾਂ ਨੂੰ ਕੀ ਪਾਉਂਦੇ ਹੋ? ਤੂੜੀ ਪਾਈ ਦੀ ਹੈ, ਚਰੀ ਪਾਈ ਦੀ ਹੈ ਜੀ। ਉਹ ਵੰਡਾ ਛੰਡਾ ਫੀਡ ਸ਼ੀਟ ਪਾਉਂਦੇ ਹੋ? ਵੱਡਾ ਵਡੇਵੇਂ ਦੀ ਖਲ ਪਾਈ ਦੀ ਹੈ। ਅੱਛਾ। ਜਾਂ ਚੌਕਰ ਪਾਈ ਦਾ। ਜੀ ਜੀ। ਅੱਛਾ ਬਜ਼ੁਰਗੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਡੰਗਰਾਂ ਦੀ ਰੋਜ਼ਾਨਾ ਦੀ ਰੁਟੀਨ ਦੱਸੋ। ਸਵੇਰ ਤੋਂ ਸ਼ਾਮ ਤੱਕ ਡੰਗਰਾਂ ਨੂੰ ਕਿਹੜੇ ਟਾਈਮ ਕੀ ਪਾਉਂਦੇ ਹੋ? ਅਸੀਂ ਇਹਨਾਂ ਨੂੰ ਅੱਲਾ ਮਾਫ ਕਰੇ ਇਹਨਾਂ ਨੂੰ ਪੱਠੇ ਪਾਈ ਦੇ ਨੇ ਦਿਨ ਦੇ 12 ਵਜੇ। ਜੀ ਜੀ। ਜਾਂ 1 ਵਜੇ। ਠੀਕ ਹੈ। ਫਿਰ ਕੱਲ 1 ਵਜੇ। ਅੱਛਾ, ਇੱਕ ਟਾਈਮ ਪੱਠੇ ਪਾਉਂਦੇ ਹੋ? ਇੱਕ ਟਾਈਮ ਪੱਠੇ ਪਾਣ ਅੱਜ 1 ਵਜੇ ਪਾਤੇ ਨੇ ਜੀ, ਤੇ ਕੱਲ ਫਿਰ 1 ਵਜੇ ਪਾਣੇ ਨੇ। ਅੱਛਾ। ਮੁਲਾਜ਼ਮੀਨ ਮਾਸ਼ਾਅੱਲਾ ਤੁਹਾਡੇ ਖੁਸ਼, ਮੱਝਾਂ ਤੁਹਾਡੀਆਂ ਖੁਸ਼। ਤੇ ਇੱਕ ਵਾਰੀ ਪੱਠੇ ਪਾਣਾ ਕਾਫੀ ਇਹਨਾਂ ਨੂੰ? ਹਾਂਜੀ, 2-3 ਘੰਟੇ 4 ਪੱਠੇ ਖਾਂਦੇ ਰਹਿੰਦੇ ਨੇ। ਵੱਡੀਆਂ ਖੁਰਲੀਆਂ ਨੇ ਜੀ, ਖੁਰਲੀਆਂ ਭਰ ਛੜੀਆਂ ਨੇ ਜੀ, ਤੇ ਆਰਾਮ ਨਾਲ ਖਾਂਦੀਆਂ ਰਹਿੰਦੀਆਂ ਨੇ। ਅੱਛਾ, ਆਪਣੇ ਤਜਰਬੇ ਦੀ ਰੋਸ਼ਨੀ ਵਿੱਚ ਮੱਝਾਂ ਦੇ ਦੁੱਧ ਵਧਾਉਣ ਦਾ ਕੋਈ ਦੇਸੀ ਨੁਸਖਾ ਦੱਸੋ। ਇੱਕ ਮੱਝ ਦੁੱਧ ਘੱਟ ਦਿੰਦੀ ਪਈ, ਇਹਦਾ ਦੁੱਧ ਵਧਾਉਣ ਦਾ ਕੀ ਤਰੀਕਾ ਹੋਏਗਾ? ਜਿਹੜੀ ਮੱਝ ਮਸਲਨ ਤਾਜ਼ੀ ਸੂਈ ਹੈ ਨਾ ਜੀ ਜੀ, ਦੁੱਧ ਘੱਟ ਦੇਵੇਗੀ ਜੀ, ਉਹਨੂੰ 1 ਕਿਲੋ ਦਹੀਂ ਗਾਈ ਦਾ ਜੀ, ਉਹਦੇ ਵਿੱਚ ਅੱਧਾ ਕਿਲੋ ਸ਼ੱਕਰ ਠੀਕ ਹੈ ਪਾ ਕੇ ਹੱਥ ਮਾਰ ਕੇ ਉਹਨੂੰ ਭੰਨ ਕੇ ਲੱਸੀ ਬਣਾ ਕੇ ਉਹਦੀ ਹੱਥ ਨਾਲ ਜੀ ਉਹਨੂੰ ਪਿਲਾ ਦਿਓ। ਠੀਕ ਹੈ। 1 ਹਫ਼ਤਾ। ਠੀਕ ਹੈ। ਦੁੱਧ ਪੂਰਾ ਕਰ ਜਾਏਗੀ। ਤੇ ਬਜ਼ੁਰਗੋ, ਮੱਝਾਂ ਨੂੰ ਮੁxtਲਿਫ ਬਿਮਾਰੀਆਂ ਤੋਂ ਬਚਾਉਣ ਵਾਸਤੇ ਕੀ ਤਰੀਕਾਕਾਰ ਅਖਤਿਆਰ ਕਰਨਾ ਚਾਹੀਦਾ ਹੈ? ਮੱਝਾਂ ਦੀਆਂ ਮਸ਼ਹੂਰ ਬਿਮਾਰੀਆਂ ਕਿਹੜੀਆਂ ਨੇ ਤੇ ਉਹਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਸਾਡੀ ਤੇ ਭਾਈਵਾਲੀ ਅੱਲਾ ਨਾਲ ਮਾਸ਼ਾਅੱਲਾ ਸਾਰੀ ਸਾਡੀ ਪਿਓ ਦਾਦੇ ਤੋਂ ਲੈ ਕੇ ਅੱਲਾ ਪਾਕ ਕਰਮ ਕਰੇ ਕੋਈ ਡੰਗਰ ਬਿਮਾਰ ਹੋਇਆ ਹੀ ਨਹੀਂ। ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜ਼ਬਰਦਸਤ। ਡੰਗਰ ਬਿਮਾਰ ਹੋਇਆ ਹੀ ਨਹੀਂ। ਤੁਹਾਡੇ ਕੋਲ ਕਦੇ ਕੋਈ ਡਾਕਟਰ ਨਹੀਂ ਆਇਆ? ਕਦੇ ਕੋਈ ਡਾਕਟਰ ਨਹੀਂ ਆਇਆ। ਖੁਦਾ ਨਾ ਖਾਸਤਾ ਕੋਈ ਜਾਂ ਬਿਮਾਰ ਹੋ ਜਾਏ ਤੇ ਫਿਰ ਕਿਸੇ ਨੂੰ ਕਹੀਦਾ ਕਿ ਯਾਰ ਟੀਕਾ ਲਾ ਜਾਏ। ਠੀਕ ਹੈ, ਫਿਰ ਡਾਕਟਰ ਨੂੰ ਬੁਲਾਉਂਦੇ ਹੋ? ਫਿਰ ਬੁਲਾਉਂਦੇ। ਵਰਨਾ ਤੁਹਾਡੇ ਜਾਨਵਰ ਮਾਸ਼ਾਅੱਲਾ ਬਿਮਾਰ ਹੀ ਨਹੀਂ ਹੁੰਦੇ? ਬਿਮਾਰ ਨਹੀਂ ਹੁੰਦੇ ਕਿਉਂਕਿ ਅਸੀਂ ਖਾਲਸ ਦੁੱਧ ਵੇਚਦੇ ਆ। ਠੀਕ ਹੈ। ਦੁੱਧ 'ਚ ਪਾਣੀ ਨਹੀਂ ਪਾਣਾ। ਮਾਸ਼ਾਅੱਲਾ ਮਾਸ਼ਾਅੱਲਾ ਸਾਡਾ ਡੰਗਰ ਨੁਕਸਾਨ ਨਹੀਂ ਹੁੰਦਾ। ਠੀਕ ਹੈ। ਅੱਛਾ ਬਜ਼ੁਰਗੋ ਇਹੜਾ ਤੁਹਾਡਾ ਮਾਸ਼ਾਅੱਲਾ ਸਾਡਾ ਡੰਗਰ ਬਾਹਰ ਚੁਗਣ ਗਏ ਨੇ 4 ਮੀਲ ਤੇ। ਜੀ ਜੀ। ਇੱਕ ਮੱਝ ਪਿੱਛੇ ਰਹਿ ਗਈ ਹੈ ਜੀ। ਉਹ ਬੰਦੇ ਨੂੰ ਪਤਾ ਨਹੀਂ ਚੱਲਿਆ ਕਿ ਮੱਝ ਰਹਿ ਗਈ ਹੈ। ਅੱਛਾ। ਉਹ ਖੁਦ ਭਾਵੇਂ ਨੇਰੇ ਪੇ ਆਵੇਗੀ, ਉਹ ਖੁਦ ਜਲਦੀ ਜਲਦੀ ਘਰ ਆ ਜਾਏਗੀ। ਠੀਕ ਹੈ। ਜਦੋਂ ਬੰਦੇ ਦਾ ਅੱਲਾ ਤੇ ਯਕੀਨ ਹੋਏ ਨਾ ਤੇ ਫਿਰ ਬੰਦੇ ਨੂੰ ਘਾਟਾ ਕਿਸੇ ਪਾਸੋਂ ਨਹੀਂ ਪੈਂਦਾ। ਘਾਟਾ ਨਹੀਂ ਪੈਂਦਾ। ਅੱਛਾ ਬਜ਼ੁਰਗੋ ਜਿਹੜਾ ਤੁਹਾਡਾ ਡੇਅਰੀ ਫਾਰਮ ਹੈ ਇਹਦੀ ਸਫਾਈ ਸੁਥਰਾਈ ਦਾ ਕੀ ਤਰੀਕੇਕਾਰ ਹੈ? ਕਿੰਨੇ ਦਿਨਾਂ ਬਾਅਦ ਜਾਂ ਕਿੰਨੇ ਟਾਈਮ ਸਫਾਈ ਕਰਵਾਉਂਦੇ ਹੋ ਉਹਨਾਂ ਦੀ? ਹਰ ਰੋਜ਼ ਸਫਾਈ ਕਰਾਈ ਦੀ ਹੈ ਜੀ। 2 ਬੰਦੇ ਸਫਾਈ ਤੇ ਲੱਗੇ ਨੇ। ਇਹਨਾਂ ਨੂੰ ਡੰਗਰ ਖੋਲੇ ਨੇ ਤੇ ਸਫਾਈ ਸ਼ੁਰੂ ਹੈ। ਤੇ ਨਹਾਉਂਦੇ ਕਿੰਨੇ ਵਾਰੀ ਹੋ ਦਿਹਾੜੀ ਵਿੱਚ? 3 ਵਾਰੀ। ਤੇ ਗਰਮੀਆਂ ਵਿੱਚ ਨਹਾਉਂਦੇ ਹੋ 3 ਵਾਰੀ, ਤੇ ਸਰਦੀਆਂ ਵਿੱਚ ਕੀ ਕਰਦੇ ਹੋ? ਸਰਦੀਆਂ ਵਿੱਚ ਇਹਨਾਂ ਨੂੰ ਕੋਈ 7-8 ਦਿਨ ਨਵਾਈਦਾ, 7-8 ਦਿਨ ਬਾਅਦ ਚ। ਠੀਕ ਹੈ। ਅੱਛਾ ਬਜ਼ੁਰਗੋ ਜਿਹੜਾ ਡੇਅਰੀ ਫਾਰਮ ਹੈ ਤੁਹਾਡਾ ਇਹ ਤਕਰੀਬਨ ਬਣਾਉਣ ਲੱਗਿਆ ਇਹੋ ਜਿਹਾ ਡੇਅਰੀ ਫਾਰਮ ਕਿਸੇ ਨੇ ਬਣਾਉਣਾ ਹੈ ਤੇ ਕਿੰਨੇ ਕੁ ਪੈਸੇ ਉਹਨੂੰ ਚਾਹੀਦੇ ਨੇ? ਇਹੋ ਜਿਹੀ ਸ਼ੈੱਡ ਬਣਾਉਣੀ ਹੈ? ਸ਼ੈੱਡ ਤੇ ਮੈਂ ਵੇਖਣਾ ਪਿਆ ਨਾਰਮਲ ਹੀ ਹੈ। ਇਹ ਸ਼ੈੱਡ ਜਿਹੜੇ ਨਾਰਮਲ ਨੇ ਜੀ ਜੀ ਐਵੇਂ ਗੁਜ਼ਾਰਾ ਹੀ ਬਣਾਇਆ ਦਾ। ਗੁਜ਼ਾਰਾ ਹੀ ਹੈ ਇਹ ਸ਼ੈੱਡ ਨਹੀਂ। ਤੁਹਾਡਾ ਕੀ ਖਿਆਲ ਹੈ ਸ਼ੈੱਡ ਦੇ ਬੜੇ ਪੈਸੇ ਲਾਣੇ ਚਾਹੀਦੇ ਨੇ ਜਾਂ ਸ਼ੈੱਡ ਦੇ ਨਾਲ ਪੈਸੇ ਲਾਓ ਤੇ ਜਾਨਵਰਾਂ ਦੇ ਪੈਸੇ ਲਾਓ? ਸ਼ੈੱਡ ਤੇ ਪੈਸੇ ਥੋੜੇ ਲਾਣੇ ਚਾਹੀਦੇ ਨੇ। ਵੈਰੀ ਗੁੱਡ। ਥੋੜੇ ਲਾਣੇ ਚਾਹੀਦੇ ਨੇ। ਥੋੜੇ ਲਾਣੇ ਚਾਹੀਦੇ ਨੇ। ਅੱਗੇ ਵੀ ਅਸੀਂ ਲਗਾਤਾਰ ਜਾਨਵਰਾਂ ਦੇ ਪੈਸੇ ਲਾਣੇ ਚਾਹੀਦੇ ਨੇ। ਇਹ ਗੱਲ ਬਾਰ-ਬਾਰ ਅਸੀਂ ਦੁਹਰਾਈ ਹੈ ਕਿ ਸ਼ੁਰੂ ਵਿੱਚ ਸ਼ੈੱਡ ਤੇ ਬਹੁਤ ਵੱਡੀ ਇਨਵੈਸਟਮੈਂਟ ਨਾ ਕਰੋ। ਆਪਣੇ ਜਾਨਵਰਾਂ ਤੇ ਇਨਵੈਸਟਮੈਂਟ ਕਰੋ। ਜਾਨਵਰ ਸੋਹਣੇ ਨਸਲੀ ਲੱਭੋ ਤਾਂ ਕਿ ਤੁਹਾਨੂੰ ਡੇਅਰੀ ਫਾਰਮ ਵਿੱਚ ਫਾਇਦਾ ਹੋਏ। ਮਹਿੰਗਾ ਜਾਨਵਰ ਵੀ ਨਾ ਲਵੋ। ਮਹਿੰਗਾ ਵੀ ਨਾ ਲਓ। ਮਹਿੰਗਾ ਵੀ ਨਾ ਲਵੋ। ਮਸਲਨ 3 ਲੱਖ ਦੀ ਮੱਝ ਹੈ ਨਾ। ਜੀ ਜੀ। 3 ਲੱਖ ਦੀ ਨਾ ਖਰੀਦੋ, 2 ਲੱਖ ਦੀ, 2.25 ਲੱਖ ਦੀ, 2.25 ਲੱਖ ਦੀ। ਅੱਛਾ ਬਜ਼ੁਰਗੋ ਥੋੜਾ ਜਿਹਾ ਮੁਸ਼ਕਲ ਸਵਾਲ ਹੈ। ਇਹ 100 ਮੱਝ ਤੇ ਤੁਹਾਡਾ ਰੋਜ਼ਾਨਾ ਦਾ ਕਿੰਨਾ ਕੁ ਖਰਚਾ ਆਉਂਦਾ ਹੋਏਗਾ ਤੇ ਕਿੰਨਾ ਕੁ ਫਾਇਦਾ ਹੁੰਦਾ ਹੋਏਗਾ? ਇਹ ਮਾਸ਼ਾਅੱਲਾ ਇੱਕ ਟਰਾਲੀ ਤੂੜੀ ਖਾੜਦੀਆਂ ਨੇ। ਅੱਛਾ। ਸਿਰਫ ਤੂੜੀ ਤੂੜੀ ਤੇ ਟਰਾਲੀ ਆਉਂਦੀ ਇੱਕ ਚੰਗੀ ਚਰੀ ਦੀ। ਜੀ ਜੀ। ਉਹ ਵੀ ਨਾਲ ਮਿਲਾ ਕੇ ਵੀ ਖਾ ਛੱਡਦੀਆਂ ਨੇ। ਅੱਛਾ ਪੱਠੇ ਬਾਬਾ ਸਾਰੇ ਖਾਂਦੀਆਂ? ਪੱਠੇ ਬਾਬਾ ਖਾਂਦੀਆਂ ਨੇ। ਉਹ ਤੁਹਾਡੀ ਆਪਣੀ ਜ਼ਮੀਨ ਹੈ, ਤੁਹਾਨੂੰ ਮਹਿਸੂਸ ਨਹੀਂ ਹੁੰਦਾ? ਹਾਂਜੀ। ਉਹ ਠੇਕੇ ਤੇ ਲਈਏ, ਕੋਈ ਆਪਣੀ ਹੈ। ਤੇ ਦੁੱਧ ਕਿੰਨੇ ਕੁ ਦਾ ਵੇਚ ਛੱਡਦੇ ਹੋ? ਕਿੰਨੇ ਕੁ ਲੀਟਰ ਹੋ ਜਾਂਦਾ ਹੈ? ਮਾਸ਼ਾਅੱਲਾ ਦੁੱਧ ਤੇ ਹੁਣ ਹੋ ਜਾਣਾ ਤਕਰੀਬਨ 10 ਕਮਾਣ। 10 ਕਮਾਣ ਮਾਸ਼ਾਅੱਲਾ ਹੋ ਜਾਂਦਾ। ਤੇ ਦੁੱਧ ਕਿਹੜੇ ਰੇਟ ਤੇ ਅੱਜਕੱਲ ਕੀ ਰੇਟ ਚੱਲ ਰਿਹਾ ਦੁੱਧ ਦਾ? ਸਾਡੇ ਕੋਲ ਤੇ 85 ਰੁਪਏ ਲੈਂਦੇ ਨੇ। ਅੱਛਾ। ਤੇ ਦੋਧੀਆਂ ਨੂੰ ਦੇ ਰਹੇ ਹੋ ਜਾਂ ਕੋਈ ਕੰਪਨੀ ਲੈਂਦੀ ਹੈ ਤੁਹਾਡੇ ਕੋਲ? ਨਹੀਂ, ਦੁਕਾਨਾਂ ਤੇ ਦੇਈਦਾ। ਦੁਕਾਨ ਆਪਣੀ ਕੋਈ ਦੁਕਾਨ ਨਹੀਂ? ਆਪਣੀ ਕੋਈ ਨਹੀਂ। ਠੀਕ ਹੈ। ਅੱਛਾ ਸਰ ਤੁਸੀਂ ਇਹ ਦੱਸੋ ਕਿ ਤੁਸੀਂ ਗਾਈਆਂ ਵੀ ਰੱਖੀਆਂ ਨੇ, ਮੱਝਾਂ ਵੀ ਰੱਖੀਆਂ ਨੇ, ਇਹਨਾਂ 'ਚ ਬਿਹਤਰ ਕਿਹੜਾ ਰਹਿੰਦਾ? ਤੁਸੀਂ ਸਮਝਦੇ ਹੋ ਕਿ ਡੇਅਰੀ ਵਾਸਤੇ ਕਿਹੜੀ ਚੀਜ਼ ਬਿਹਤਰ ਹੈ? ਗਾਈਆਂ ਦਾ ਕੰਮ ਬਿਹਤਰ ਹੈ ਜਾਂ ਮੱਝਾਂ ਦਾ? ਫਾਇਦੇ ਵਾਸਤੇ ਬਿਹਤਰ ਹੈ ਗਾਈਆਂ ਦਾ। ਠੀਕ ਹੈ। ਮੁਨਾਫੇ ਵਾਸਤੇ ਅੱਛਾ ਗਾਈਆਂ ਦਾ ਬਿਹਤਰ ਹੈ। ਅੱਛਾ। ਤੇ ਜਿਹੜਾ ਮੱਝਾਂ ਦਾ ਹੈ ਨਾ, ਹਾਂ ਉਹ ਸਮਝੋ ਕਿ ਕੰਮ ਪੂਰਾ ਹੀ ਹੁੰਦਾ ਹੈ। ਠੀਕ ਹੈ। ਉਹ ਥੋੜਾ ਬਹੁਤ ਇਹਦੇ 'ਚ ਬਚਤ ਹੁੰਦੀ ਹੈ। ਅੱਛਾ ਇਹ ਤੁਸੀਂ ਦੱਸਿਆ ਕਿ ਫਾਇਦਾ ਗਾਈਆਂ 'ਚ ਜ਼ਿਆਦਾ ਹੈ, ਮੱਝਾਂ 'ਚ ਘੱਟ ਹੈ। ਤੁਸੀਂ ਮੱਝਾਂ ਜ਼ਿਆਦਾ ਰੱਖੀਆਂ ਨੇ, ਗਾਈਆਂ ਘੱਟ ਰੱਖੀਆਂ ਨੇ, ਇਹਦੀ ਕੀ ਵਜ੍ਹਾ? ਮੱਝਾਂ ਦੀ ਕੀ ਖਸੂਸੀਅਤ ਨੇ ਤੁਹਾਨੂੰ ਅਟਰੈਕਟ ਕੀਤਾ ਹੈ? ਗਾਈ ਸਾਡੇ ਕੋਲ 100 ਗਾਈ ਸੀ। ਅੱਛਾ। ਅਸਾਂ ਹੁਣ ਹੀ ਗਾਈਆਂ ਵੇਚੀਆਂ ਨਾ, ਜਗ੍ਹਾ ਲਈ ਸੀ ਬਾਹਰ। ਅੱਛਾ ਅੱਛਾ। ਉਹ ਇਸ ਵਾਸਤੇ ਗਾਈਆਂ ਵੇਚ ਛੜੀਆਂ ਨੇ। ਠੀਕ ਹੈ। ਨਹੀਂ ਤੁਸੀਂ ਗਾਈਆਂ ਨੂੰ ਬਿਹਤਰ ਸਮਝਦੇ ਹੋ? ਗਾਈਆਂ ਨੂੰ ਓਵਰਆਲ ਤੁਹਾਡੇ ਕੋਲ ਮੱਝਾਂ ਪਲੱਸ ਗਾਈਆਂ ਪਲੱਸ ਬੱਚੇ 100 ਤੇ ਤੁਹਾਨੂੰ ਮੱਝਾਂ ਦੱਸੀਆਂ ਨੇ, ਟੋਟਲ ਕਿੰਨੇ ਨੇ? ਇੰਨੀ ਗੰਨੇ ਹੋਣੀ ਸੂਈਆਂ ਨੇ ਮੱਝਾਂ, ਕੋਈ ਸੂਣ ਵਾਲੀਆਂ ਨੇ। ਅੱਛਾ ਅੱਛਾ। ਤੇ ਇੱਕ ਚੀਜ਼ ਹੋਰ ਤੁਹਾਡੇ ਕੋਲ ਨੁਸਖਾ ਪੁੱਛਣਾ, ਦੁੱਧ ਦਾ ਤੁਸੀਂ ਦੱਸ ਰਿਹਾ ਦੁੱਧ ਪੂਰਾ ਕਰਨ ਦਾ। ਇੱਕ ਮੱਝ ਸੂਣ ਵਾਲੀ ਹੈ। ਹਾਂਜੀ। ਆਮ ਤੌਰ ਤੇ ਜਿਹੜੀ ਵੀ ਚੀਜ਼ ਪ੍ਰੈਗਨੈਂਟ ਹੁੰਦੀ ਹੈ ਉਹਦੀ ਸਪੈਸ਼ਲ ਕੇਅਰ ਕੀਤੀ ਜਾਂਦੀ ਹੈ। ਮੱਝਾਂ ਦੀ ਕੀ ਸਪੈਸ਼ਲ ਕੇਅਰ ਕੀਤੀ ਜਾਂਦੀ ਕਿ ਉਹਨਾਂ ਦੀ ਡਿਲੀਵਰੀ ਅੱਛੀ ਹੋਏ ਔਰ ਆਰਾਮ ਨਾਲ ਬੱਚਾ ਦੇ ਜਾਣ ਔਰ ਸੂਬੇ 'ਚ ਦੁੱਧ ਅੱਛਾ ਦੇਣ? ਅੱਛਾ ਦੇਣ, ਬਿਲਕੁਲ। ਹਾਂ। ਤੇ ਕੀ ਤੁਸੀਂ ਨੁਸਖਾ ਅਪਣਾਉਂਦੇ ਹੋ ਕਿ ਉਹਨਾਂ ਨੂੰ ਸੂਣ ਤੋਂ ਪਹਿਲੇ ਕੀ ਦੇਣਾ ਚਾਹੀਦਾ? ਦੇਣਾ ਤੇ ਇਹਨੂੰ ਘਿਓ ਚਾਹੀਦਾ। ਠੀਕ ਹੈ। ਸੂਣ ਤੋਂ ਪਹਿਲੇ ਇਹਨੂੰ ਘਿਓ ਦੇਣਾ ਚਾਹੀਦਾ। ਠੀਕ ਹੈ। 1 ਹਫ਼ਤਾ ਪਹਿਲੇ। ਠੀਕ ਹੈ। 1 ਹਫ਼ਤਾ ਪਹਿਲੇ ਘਿਓ ਦੇਣਾ ਚਾਹੀਦਾ। 2 ਕਿਲੋ ਦੇ ਲਓ। ਠੀਕ ਹੈ। 3 ਕਿਲੋ ਦੇ ਲਓ। ਠੀਕ ਹੈ। ਆਪਣੀ ਮਤਲਬ ਜਿੰਨੇ ਕੁ ਆਪਣੀ ਦੇ ਸਕਦੇ ਹੋ। ਅੱਛਾ ਕਰਨ ਵਾਸਤੇ ਤੁਸੀਂ ਦੱਸੋ, ਅਗਰ ਬੰਦੇ ਕੋਲ ਸਤਾਤ ਹੈ ਵੇ ਉਹ ਦੱਸੋ ਕਿ ਕਿੰਨਾ ਘਿਓ ਦੇ ਜਿਹੜੇ ਨਾ ਜ਼ਿਆਦਾ ਹੋਏ ਤੇ ਨਾ ਘੱਟ ਹੋਏ? ਉਹ ਮਹੀਨਾ ਪਹਿਲੇ 3-4 ਕਿਲੋ ਘਿਓ ਦੇ ਉਹਦੇ ਮੱਝ ਨੂੰ। ਅੱਛਾ। ਬਹੁਤ ਅੱਛਾ ਲੱਗੇਗਾ। ਦੇਸੀ ਘਿਓ ਦਵੇ? ਦੇਸੀ ਘਿਓ ਦਾ ਇਨਸ਼ਾਅੱਲਾ ਮੱਝ ਸਹੀ ਸੁਆ ਦੇਗੀ। ਸਹੀ ਸੁਆ ਦੇਗੀ। ਦੁੱਧ ਚੰਗਾ ਦੇਗੀ। ਠੀਕ ਹੈ। ਮਤਲਬ ਕੋਈ ਬਿਮਾਰੀ ਨਹੀਂ ਉਹਨੂੰ ਆਏਗੀ। ਠੀਕ ਹੈ। ਇੱਕ ਛੋਟਾ ਜਿਹਾ ਸਵਾਲ ਦੇਣ ਚ ਆਇਆ, ਤੁਸੀਂ ਆਪਣੇ ਕਾਰੋਬਾਰ ਦੇ ਸਿਲਸਿਲੇ ਚ ਗਾਈਆਂ ਵੇਚੀਆਂ ਨੇ ਤੇ ਮੱਝਾਂ ਕਿਉਂ ਨਹੀਂ ਵੇਚੀਆਂ? ਕਿਆ ਗਾਈਆਂ ਸੌਖੀਆਂ ਵਿਕ ਜਾਂਦੀਆਂ ਨੇ? ਗਾਈਆਂ ਜਿਹੜੀਆਂ ਸਗੋਂ ਬੱਚੀਆਂ ਬੜੀਆਂ ਸਰ ਘਰ ਦੀਆਂ ਵੈੜੀਆਂ, ਅੱਛਾ, ਉਹ ਸਾਰੀਆਂ ਸੂਣ ਤੇ ਤਿਆਰ ਹੋ ਗਈਆਂ ਸਨ। ਠੀਕ ਹੈ। ਜਦੋਂ ਤਿਆਰ ਹੋਈਆਂ ਨੇ, ਠੀਕ ਹੈ, ਇੰਨੀ ਕੁ ਦੀ ਖਿਦਮਤ ਵੀ ਨਹੀਂ ਲਿਸੀਆਂ ਸਨ ਜ਼ਰਾ,
ਉਹ ਫਿਰ ਮੈਂ ਇਹਨਾਂ ਨੂੰ ਵੇਚ ਛੜੋ। ਦੁੱਧ ਦਾ ਇਸ਼ੂ ਹੈ ਨਾ। ਦੁੱਧ ਇੱਥੇ ਸਿਆਲਕੋਟ 'ਚ ਨਹੀਂ ਵਿਕਦਾ। ਠੀਕ ਹੈ। ਇੱਕ ਅੱਛੀ ਨਸਲ ਦੀ ਔਸਤਨ ਮੱਝ ਕਿੰਨੇ ਦੀ ਮਿਲ ਜਾਂਦੀ ਹੈ? ਗਾਂ ਮੱਝ ਤੇ ਮੱਝਾਂ ਦਾ ਫਰਕ ਹੈ। ਮੱਝ ਤੇ ਹੁਣ 5 ਲੱਖ ਦੀ ਵੀ ਮਿਲਦੀ ਜੇ। ਜਰਾ ਔਸਤਨ ਦੱਸ ਦਿਓ ਦਰਮਿਆਨੇ ਦਰਮਿਆਨੇ 3 ਤੱਕ ਲਾ ਲਓ। ਕਿਹੜੇ ਇਲਾਕੇ 'ਚ ਸਹੀ ਮੱਝਾਂ ਲੱਭਦੀਆਂ ਨੇ? ਟੀਚਾ ਬਦਨੀ, ਬੂਰੇ ਵਾਲਾ, ਲੁੱਡਣ। ਠੀਕ ਹੋ ਗਿਆ। ਤੇ ਆਪਣਾ ਇਹਨਾਂ ਇਲਾਕਿਆਂ ਵਿੱਚ ਜਾਈਦਾ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਤੁਸੀਂ ਮੱਝਾਂ ਵੇਚਦੇ ਹੋ ਕਿ ਨਹੀਂ ਵੇਚਦੇ? ਨਹੀਂ, ਅਸੀਂ ਵੇਚਦੇ ਨਹੀਂ। ਠੀਕ ਹੈ, ਤੁਹਾਡੇ ਆਪਣੇ ਡੇਅਰੀ ਫਾਰਮ ਵਾਸਤੇ ਨੇ? ਹਾਂਜੀ। ਅੱਛਾ, ਜਦੋਂ ਮੱਝਾਂ ਮਤਲਬ ਦੁੱਧ ਸਿਕਾਉਂਦੀਆਂ ਨੇ ਨਾ ਜੀ ਜੀ, ਫਿਰ ਉਹ ਰੱਖੀ ਦੀਆਂ ਨੇ ਅੱਗੋਂ ਸਵਾਈ ਦੀਆਂ ਸੂਆ। ਅੱਛਾ ਬਜ਼ੁਰਗੋ, ਕੀ ਮਸ਼ਵਰਾ ਦਿੰਦੇ ਹੋ ਕਿ ਡੇਅਰੀ ਫਾਰਮ ਮੱਝਾਂ ਦਾ ਕਾਰੋਬਾਰ ਤੁਹਾਡੀ ਨਜ਼ਰ ਵਿੱਚ ਕੈਸਾ ਕਰਨਾ ਚਾਹੀਦਾ ਹੈ? ਔਖਾ ਸੌਖਾ? ਸਿਆਲਕੋਟ ਦੇ ਵਿੱਚ ਜਿਹੜਾ ਹੈ ਨਾ ਮੱਝਾਂ ਦਾ ਦੁੱਧ ਵਿਕਦਾ ਜੀ ਜੀ, ਬਾਕੀ ਗਾਈਆਂ ਦਾ ਦੁੱਧ ਇੱਥੇ ਨਹੀਂ ਵਿਕਦਾ। ਠੀਕ ਹੈ, ਤੁਹਾਡੇ ਨਜ਼ਦੀਕ ਮੱਝਾਂ ਦਾ ਕਾਰੋਬਾਰ ਬਿਹਤਰੀਨ ਹੈ? ਦੁੱਧ ਵਾਸਤੇ ਮੱਝਾਂ ਦਾ ਬਿਹਤਰੀਨ ਹੈ। ਠੀਕ ਹੈ। ਗਾਈਆਂ ਦਾ ਜਿਹੜਾ ਹੈ ਮੁਨਾਫੇ ਵਾਸਤੇ ਹੈ। ਠੀਕ ਹੈ, ਗਾਈਆਂ 'ਚ ਮੁਨਾਫਾ ਬਹੁਤ ਹੈ ਤੇ ਮੱਝਾਂ ਦਾ ਦੁੱਧ ਜ਼ਿਆਦਾ ਸੇਲ ਹੁੰਦਾ ਹੈ। ਹਾਂਜੀ ਬਜ਼ੁਰਗੋ, ਤੁਸੀਂ ਬੜੀ ਵਧੀਆ ਮਾਲੂਮਾਤ ਸਾਨੂੰ ਦਿੱਤੀਆਂ ਨੇ। ਤੁਹਾਡਾ ਦਿਲ ਦੀ ਗਹਿਰਾਈਆਂ ਨਾਲ ਬੜੀ ਮਿਹਰਬਾਨੀ ਤੁਹਾਡੀ। ਮਿਹਰਬਾਨੀ।